ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਜਿਹਦਾ ਨਾਮ ਹੈ ਆਇਲਸ ਇਨ ਪੰਜਾਬੀ, ਜਿੱਥੇ ਤੁਸੀਂ ਮਾਂ ਬੋਲੀ 'ਚ ਮਤਰੇਈ ਭਾਸ਼ਾ ਸਿੱਖ ਸਕਦੇ ਹੋ। ਜੇ ਤੁਸੀਂ ਪਹਿਲੀ ਵਾਰ ਇਸ ਚੈਨਲ 'ਤੇ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਇਸ ਚੈਨਲ 'ਤੇ ਇੰਗਲਿਸ਼ ਰਿਲੇਟਡ ਤੇ ਆਇਲਸ ਐਗਜ਼ਾਮ ਰਿਲੇਟਡ ਰੈਗੂਲਰ ਵੀਡੀਓਜ਼ ਅਪਲੋਡ ਹੁੰਦੀਆਂ। ਇਹ ਵੀਡੀਓਜ਼ ਪੰਜਾਬੀ ਲੈਂਗੁਏਜ 'ਚ ਆ, ਜਿਹੜੀਆਂ ਤੁਹਾਡੀ ਇੰਗਲਿਸ਼ ਇੰਪਰੂਵ ਕਰਨ 'ਚ ਜਾਂ ਤੁਹਾਡੇ ਆਇਲਸ ਐਗਜ਼ਾਮ 'ਚ ਬੈਂਡਸ ਇੰਪਰੂਵ ਕਰਨ 'ਚ ਹੈਲਪ ਕਰ ਸਕਦੀਆਂ। ਅੱਜ ਆਪਾਂ ਗੱਲ ਕਰਾਂਗੇ ਅਕੈਡਮਿਕ ਸਟੂਡੈਂਟਸ ਦੇ ਟਾਸਕ 1 ਦੀ। ਉਹਦੇ ਵਿੱਚ ਆਪਾਂ ਲਾਈਨ ਗ੍ਰਾਫ ਦੇਖਾਂਗੇ। ਵੀਡੀਓ 'ਚ ਬਹੁਤ ਸਾਰੀ ਇਨਫੋਰਮੇਸ਼ਨ ਹੋਣ ਵਾਲੀ ਆ, ਹਰ ਇੱਕ ਛੋਟੀ ਤੋਂ ਛੋਟੀ ਜਾਂ ਵੱਡੀ ਤੋਂ ਵੱਡੀ ਗੱਲ ਡਿਸਕਸ ਕਰਾਂਗੇ। ਇਸ ਲਈ ਵੀਡੀਓ ਨੂੰ ਕਿਤੇ ਵੀ ਸਕਿਪ ਨਾ ਕਰਿਓ, ਐਂਡ ਤੱਕ ਦੇਖਿਓ। ਤੇ ਵੀਡੀਓ ਦੇ ਐਂਡ 'ਚ ਮੈਂ ਤੁਹਾਨੂੰ ਇੱਕ ਲਿਸਟ ਦਊਂਗਾ ਵੋਕੈਬਲਰੀ ਦੀ, ਜਿਹੜੀ ਤੁਸੀਂ ਲਾਈਨ ਗ੍ਰਾਫ ਲਿਖਣ ਲੱਗੇ ਯੂਜ਼ ਕਰ ਸਕਦੇ ਆ। ਇਸ ਵੀਡੀਓ ਤੋਂ ਬਾਅਦ ਤੁਹਾਨੂੰ ਲੋੜ ਨਹੀਂ ਪੈਣੀ ਕਿਸੇ ਹੋਰ ਵੀਡੀਓ ਨੂੰ ਦੇਖਣ ਦੀ। ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ। ਟਾਸਕ 1 ਜਿਹੜਾ ਹੁੰਦਾ ਅਕੈਡਮਿਕ ਸਟੂਡੈਂਟਸ ਦਾ, ਤੁਹਾਨੂੰ ਪਤਾ ਹੋਣਾ ਉਹਦੀ ਵਰਡ ਲਿਮਿਟ ਜਿਹੜੀ ਹੁੰਦੀ ਮਿਨੀਮਮ 150 ਵਰਡਸ ਹੁੰਦੀ ਆ। ਪਰ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਤੁਸੀਂ ਜਦੋਂ ਵੀ ਆਪਣਾ ਟਾਸਕ 1 ਲਿਖਣਾ ਉਹਨੂੰ 160 to 180 ਵਰਡਸ ਦੇ ਵਿੱਚ ਰੱਖੋ। ਇਹ ਬੈਸਟ ਲਿਮਿਟ ਹੁੰਦੀ ਹੈ, ਕਿਉਂਕਿ ਤੁਸੀਂ ਨਾ ਹੀ ਜ਼ਿਆਦਾ ਓਵਰਰਾਈਟ ਕਰੋਗੇ ਤੇ ਨਾ ਹੀ ਜ਼ਿਆਦਾ ਅੰਡਰਰਾਈਟ ਕਰੋਗੇ। ਤੁਹਾਡੇ ਕੋਲ ਸਿਰਫ 20 ਮਿੰਟਸ ਹੁੰਦੇ ਆ ਤੇ ਇੰਨੇ ਵਰਡਸ ਤੁਹਾਡੇ 20 ਮਿੰਟਸ ਦੇ ਵਿੱਚ ਈਜ਼ੀਲੀ ਕਵਰ ਹੋ ਜਾਣਗੇ। ਹੁਣ ਗੱਲ ਕਰਦੇ ਹਾਂ ਆਪਾਂ ਸਟਰਕਚਰ ਦੀ। ਤੁਸੀਂ ਆਪਣੇ ਲਾਈਨ ਗ੍ਰਾਫ ਦੇ ਵਿੱਚ ਟੋਟਲ 4 ਪੈਰਾਗ੍ਰਾਫਸ ਬਣਾਉਣੇ ਆ। ਇਹ ਪੈਰਾਗ੍ਰਾਫਸ ਬਣਾਉਣ ਲਈ ਮੈਂ ਕੁਐਸਚਨ ਲਿਆ। The graph below shows average carbon dioxide emissions per person in the United Kingdom, Sweden, Italy and Portugal between 1967 and 2007. Summarize the information by selecting and reporting the main features and make comparisons where relevant. ਹੁਣ ਇਹ ਕੁਐਸਚਨ ਆਪਣਾ ਲਾਈਨ ਗ੍ਰਾਫ ਦਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਇਹਦਾ ਲਾਈਨ ਚਾਰਟ ਜਿਹੜਾ ਬਣਿਆ ਹੋਇਆ। ਸਭ ਤੋਂ ਪਹਿਲਾ ਪੈਰਾਗ੍ਰਾਫ ਜਿਹੜਾ ਆਪਣਾ ਹੈਗਾ ਉਹ ਹੈਗਾ ਇੰਟਰੋਡਕਸ਼ਨ। ਇੰਟਰੋਡਕਸ਼ਨ ਆਪਣੇ ਟਾਸਕ 1 ਦਾ ਸਿੰਪਲੈਸਟ ਪੈਰਾਗ੍ਰਾਫ ਹੁੰਦਾ, ਕਿਉਂਕਿ ਇਹਦੇ ਵਿੱਚ ਜ਼ਿਆਦਾ ਕੁਛ ਨਹੀਂ ਲਿਖਣਾ ਹੁੰਦਾ। ਸਿਰਫ ਜਿਹੜੀ ਆਪਾਂ ਨੂੰ ਕੁਐਸਚਨ ਸਟੇਟਮੈਂਟ ਦਿੱਤੀ ਹੁੰਦੀ ਆ ਉਹਨੂੰ ਪੈਰਾਫਰੇਜ਼ ਕਰਨਾ ਹੁੰਦਾ ਆ। ਨਾ ਹੀ ਇਹਦੇ ਵਿੱਚ ਕੁਛ ਐਡ ਕਰਨਾ ਹੁੰਦਾ, ਨਾ ਹੀ ਮਾਈਨਸ ਕਰਨਾ ਹੁੰਦਾ। ਸਿਰਫ ਇਹਦੇ ਵਿੱਚ ਤੁਸੀਂ ਸਿਨੋਨਿਮ ਯੂਜ਼ ਕਰਨੇ ਹੁੰਦੇ ਆ ਤੇ ਸੈਂਟੈਂਸ ਸਟਰਕਚਰ ਚੇਂਜ ਕਰਨਾ ਹੁੰਦਾ। ਜਿਹੜੀ ਮੈਂ ਇੰਟਰੋਡਕਸ਼ਨ ਲਿਖੀ ਆ ਉਹ ਹੈਗੀ ਆ The line graph illustrates the average output of carbon dioxide for each individual in 4 countries, namely United Kingdom, Sweden, Italy and Portugal over a period of 4 decades starting from 1967. ਹੁਣ ਮੈਂ ਇਹਦੇ ਵਿੱਚ ਕੁਝ ਵਰਡ ਜਾਂ ਸੈਂਟੈਂਸ ਸਟਰਕਚਰ ਜਿਹੜਾ ਚੇਂਜ ਕੀਤਾ ਉਹ ਹੈਗਾ ਆ। ਗ੍ਰਾਫ ਦੀ ਜਗ੍ਹਾ ਮੈਂ ਲਾਈਨ ਗ੍ਰਾਫ ਲਿਖਿਆ, ਸ਼ੋਜ਼ ਦੀ ਜਗ੍ਹਾ ਇਲਸਟ੍ਰੇਟਸ ਲਿਖਿਆ, ਐਵਰੇਜ ਕਾਰਬਨ ਡਾਈਆਕਸਾਈਡ ਐਮਿਸ਼ਨਸ ਦੀ ਜਗ੍ਹਾ ਐਵਰੇਜ ਆਊਟਪੁੱਟ ਆਫ ਕਾਰਬਨ ਡਾਈਆਕਸਾਈਡ ਲਿਖਿਆ, ਪਰ ਪਰਸਨ ਦੀ ਜਗ੍ਹਾ ਈਚ ਇੰਡੀਵਿਜੂਅਲ ਲਿਖਿਆ, between 1967 and 2007 ਦੀ ਜਗ੍ਹਾ over a period of 4 decades starting from 1967 ਲਿਖਿਆ। ਤੁਸੀਂ ਦੇਖ ਸਕਦੇ ਇੰਟਰੋਡਕਸ਼ਨ ਦੇ ਵਿੱਚ ਮੈਂ ਸਿਰਫ ਇੱਕ ਸੈਂਟੈਂਸ ਲਿਖਿਆ ਤੇ ਤੁਸੀਂ ਵੀ ਇੱਕ ਹੀ ਸੈਂਟੈਂਸ ਦੀ ਇੰਟਰੋਡਕਸ਼ਨ ਬਣਾਉਣੀ ਆ। ਇਸ ਤੋਂ ਜ਼ਿਆਦਾ ਲਿਖਣ ਦੀ ਲੋੜ ਨਹੀਂ ਤੁਹਾਨੂੰ। ਸੈਕੰਡ ਪੈਰਾਗ੍ਰਾਫ ਜਿਹੜਾ ਹੈਗਾ ਉਹ ਹੈਗਾ ਓਵਰਵਿਊ। ਓਵਰਵਿਊ ਦੇ ਵਿੱਚ ਕੀ ਲਿਖਣਾ ਹੁੰਦਾ ਆ? ਓਵਰਵਿਊ ਦੇ ਵਿੱਚ ਆਪਾਂ 2 to 4 ਕੀ ਫੀਚਰਸ ਲਿਖਣੇ ਹੁੰਦੇ ਆ। ਹੁਣ ਕੀ ਫੀਚਰਸ ਕੀ ਆ? ਕੀ ਫੀਚਰਸ ਹੁੰਦੇ ਮੇਨ ਪੁਆਇੰਟਸ ਜਾਂ ਹਾਈਲਾਈਟਿੰਗ ਪੁਆਇੰਟਸ ਆਪਣੇ ਟਾਸਕ ਦੇ। ਟਾਸਕ ਜਦੋਂ ਆਪਾਂ ਨੂੰ ਮਿਲਦਾ ਹੈ ਲਾਈਨ ਗ੍ਰਾਫ, ਜਿੱਦਾਂ ਹੁਣ ਆਪਣਾ ਅੱਜ ਦਾ ਹੈਗਾ, ਉਹਦੇ ਵਿੱਚ ਮੇਨ ਫੀਚਰਸ ਜਾਂ ਮੇਨ ਹਾਈਲਾਈਟਿੰਗ ਪੁਆਇੰਟਸ ਕੀ ਆ, ਉਹਨਾਂ ਨੂੰ 2 ਲਾਈਨਸ ਦੇ ਵਿੱਚ ਲਿਖਣਾ ਹੁੰਦਾ ਹੈ। ਲਾਈਨ ਗ੍ਰਾਫ 'ਤੇ ਕੀ ਫੀਚਰਸ ਕੀ ਹੋ ਸਕਦੇ ਆ? ਸਭ ਤੋਂ ਪਹਿਲੀ ਚੀਜ਼ ਤਾਂ ਇਨਕਰੀਜ਼ਿੰਗ ਡਾਟਾ ਅਤੇ ਡਿਕਰੀਜ਼ਿੰਗ ਡਾਟਾ। ਜਿਹੜਾ ਆਪਣਾ ਡਾਟਾ ਆਪਾਂ ਨੂੰ ਲਾਈਨਸ ਦਿੱਤੀਆਂ ਹੋਈਆਂ ਉਹ ਇਨਕਰੀਜ਼ ਹੋ ਰਹੀਆਂ ਜਾਂ ਡਿਕਰੀਜ਼ ਹੋ ਰਹੀਆਂ, ਪਹਿਲਾਂ ਤਾਂ ਆਪਾਂ ਉਹ ਲਿਖ ਸਕਦੇ ਹਾਂ। ਉਸ ਤੋਂ ਬਾਅਦ ਹਾਈਐਸਟ ਐਂਡ ਲੋਐਸਟ ਗਰੁੱਪ ਇਨ ਦਾ ਬਿਗਨਿੰਗ ਅਤੇ ਲਾਸਟ 'ਚ ਹਾਈਐਸਟ ਐਂਡ ਲੋਐਸਟ ਗਰੁੱਪ ਇਨ ਦੀ ਐਂਡ। ਸਟਾਰਟਿੰਗ ਦੇ ਵਿੱਚ ਹਾਈਐਸਟ ਐਂਡ ਲੋਐਸਟ 'ਤੇ ਕੌਣ ਸੀਗਾ ਅਤੇ ਐਂਡ ਦੇ ਵਿੱਚ ਹਾਈਐਸਟ ਐਂਡ ਲੋਐਸਟ 'ਤੇ ਕੌਣ ਸੀਗਾ। ਇਹ ਦੋਨੋਂ ਚੀਜ਼ਾਂ ਵੀ ਆਪਾਂ ਲਿਖ ਸਕਦੇ ਹਾਂ। ਹੁਣ ਅੱਜ ਦਾ ਜੇ ਲਾਈਨ ਗ੍ਰਾਫ ਆਪਾਂ ਦੇਖੀਏ, ਇਹਦੇ ਵਿੱਚ 2 ਕੰਟਰੀਜ਼ UK ਅਤੇ ਸਵੀਡਨ ਸਟਾਰਟਿੰਗ ਦੇ ਵਿੱਚ ਹਾਈਐਸਟ 'ਤੇ ਆ, ਪਰ ਇਹ ਕੰਟੀਨਿਊਸਲੀ ਡਿਕਰੀਜ਼ ਹੋ ਰਹੀਆਂ। ਦੂਸਰੀ 2 ਕੰਟਰੀਜ਼ ਇਟਲੀ ਅਤੇ ਪੋਰਚੁਗਲ, ਇਹ ਸਟਾਰਟਿੰਗ 'ਚ ਲੋਐਸਟ ਪੁਆਇੰਟ 'ਤੇ ਆ ਅਤੇ ਇਹ ਕੰਟੀਨਿਊਸਲੀ ਇਨਕਰੀਜ਼ ਹੋ ਰਹੀਆਂ। ਆਪਾਂ ਇਹ ਦੇਖਣਾ ਕਿ ਪੁਆਇੰਟ A ਤੋਂ ਸਟਾਰਟਿੰਗ ਤੋਂ ਪੁਆਇੰਟ B ਐਂਡਿੰਗ ਤੱਕ ਕਿਹੜਾ ਇਨਕਰੀਜ਼ ਹੋ ਰਿਹਾ, ਕਿਹੜਾ ਡਿਕਰੀਜ਼ ਹੋ ਰਿਹਾ। UK ਸਟਾਰਟਿੰਗ ਤੋਂ ਐਂਡ ਤੱਕ ਜੇ ਮੈਂ ਲਾਈਨ ਡਰਾਅ ਕਰਾਂ, ਇਹ ਡਿਕਰੀਜ਼ ਹੁੰਦਾ ਪਿਆ। ਇਹਦੀ ਲਾਈਨ ਜਿਹੜੀ ਆ ਨੀਚੇ ਨੂੰ ਜਾ ਰਹੀ ਆ, ਇਹਦੀ ਸਵੀਡਨ ਦੀ ਨੀਚੇ ਨੂੰ ਜਾ ਰਹੀ ਆ, ਮਤਲਬ ਇਹ ਦੋਨੋਂ ਡਿਕਰੀਜ਼ ਹੋ ਰਹੇ ਆ। ਇਟਲੀ ਅਤੇ ਪੋਰਚੁਗਲ, ਇਹ ਦੋਨਾਂ ਦੀਆਂ ਲਾਈਨਸ ਉੱਪਰ ਨੂੰ ਜਾ ਰਹੀਆਂ, ਮਤਲਬ ਇਹ ਇਨਕਰੀਜ਼ ਹੋ ਰਹੇ ਆ। ਇਹਦੇ ਬੇਸਿਸ 'ਤੇ ਜਿਹੜਾ ਓਵਰਵਿਊ ਲਿਖਿਆ ਉਹ ਹੈਗਾ ਆ ਓਵਰਆਲ ਕਾਰਬਨ ਡਾਈਆਕਸਾਈਡ emissions per person in UK and Sweden were highest in the beginning but declined towards the end of the period. Contrastingly, Italy and Portugal started relatively low but increased considerably in the same 40-year period. ਹੁਣ ਇਹਦੇ ਵਿੱਚ ਸਿਰਫ ਮੈਂ 2 ਕੀ ਫੀਚਰਸ ਯੂਜ਼ ਕੀਤੇ ਆ। ਪਹਿਲਾ ਇਹ ਕਿ UK ਅਤੇ ਸਵੀਡਨ ਜਿਹੜੇ ਆ ਕੰਟੀਨਿਊਸਲੀ ਇਨਕਰੀਜ਼ ਹੁੰਦੇ ਪਏ ਆ ਇਨ ਦੀ ਗਿਵਨ ਪੀਰੀਅਡ। ਇਹ ਦੋਨਾਂ ਵਾਸਤੇ ਮੈਂ ਇੱਕ ਸੈਂਟੈਂਸ ਬਣਾਇਆ। ਉਸ ਤੋਂ ਬਾਅਦ ਜਿਹੜਾ ਦੂਸਰਾ ਕੀ ਫੀਚਰ ਮੈਂ ਯੂਜ਼ ਕੀਤਾ ਹੈਗਾ ਉਹ ਹੈਗਾ ਡਿਕਰੀਜ਼ਿੰਗ ਦਾ। ਇਟਲੀ ਅਤੇ ਪੋਰਚੁਗਲ ਜਿਹੜੇ ਆ ਉਹ ਡਿਕਰੀਜ਼ ਹੁੰਦੇ ਪਏ ਆ। ਮੈਂ 2 ਸੈਂਟੈਂਸਿਸ ਬਣਾਏ ਆ। ਤੁਸੀਂ ਵੀ ਆਪਣੇ ਓਵਰਵਿਊ ਦੇ ਵਿੱਚ 2 ਹੀ ਸੈਂਟੈਂਸਿਸ ਬਣਾਉਣੇ ਆ, ਇਸ ਤੋਂ ਜ਼ਿਆਦਾ ਨਹੀਂ ਕਰਨੇ। ਬਟ ਤੁਸੀਂ ਕੀ ਫੀਚਰਸ ਇਸ ਤੋਂ ਜ਼ਿਆਦਾ ਕਰ ਸਕਦੇ। ਮੈਂ ਪਹਿਲਾਂ ਦੱਸਿਆ 2 to 4 ਕੀ ਫੀਚਰਸ, ਮੈਂ 2 ਲਿਖਿਆ, ਤੁਸੀਂ 3 ਵੀ ਲਿਖ ਸਕਦੇ ਆ ਜਾਂ 4 ਵੀ ਲਿਖ ਸਕਦੇ ਆ। ਹਾਈਐਸਟ 'ਤੇ ਕੌਣ ਆ ਜਾਂ ਲੋਐਸਟ 'ਤੇ ਕੌਣ ਆ, ਸਟਾਰਟਿੰਗ ਦੇ ਵਿੱਚ ਜਾਂ ਐਂਡਿੰਗ ਦੇ ਵਿੱਚ ਹਾਈਐਸਟ 'ਤੇ ਕੌਣ ਆ ਜਾਂ ਲੋਐਸਟ 'ਤੇ ਕੌਣ ਆ, ਉਹ ਵੀ ਤੁਸੀਂ ਲਿਖ ਸਕਦੇ ਆ। ਦੋਨੋਂ ਜਿਹੜੇ ਇਨਕਰੀਜ਼ ਹੁੰਦੇ ਸੀ ਉਹ ਮੈਂ ਇੱਕ ਲਾਈਨ 'ਚ ਲਿਖਤੇ ਆ ਅਤੇ ਦੋਨੋਂ ਜਿਹੜੇ ਡਿਕਰੀਜ਼ ਹੁੰਦੇ ਸੀ ਉਹ ਮੈਂ ਸੈਕੰਡ ਲਾਈਨ ਦੇ ਵਿੱਚ ਲਿਖਤੇ ਆ।
ਇੱਕ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਓਵਰਵਿਊ ਲਿਖਣ ਲੱਗੇ ਤੁਸੀਂ ਧਿਆਨ ਰੱਖਣੀ ਹੁੰਦੀ ਆ, ਉਹ ਹੈਗੀ ਆ ਕਦੇ ਵੀ ਤੁਸੀਂ ਕੋਈ ਡਾਟਾ ਨਹੀਂ ਐਡ ਕਰਨਾ, ਕੋਈ ਪਰਸੈਂਟੇਜ ਨਹੀਂ ਐਡ ਕਰਨੀ, ਕੋਈ ਅਮਾਊਂਟ ਜਾਂ ਕੋਈ ਨੰਬਰ ਨਹੀਂ ਐਡ ਕਰਨਾ। ਸਿਰਫ ਇਨਕਰੀਜ਼ਿੰਗ ਡਿਕਰੀਜ਼ਿੰਗ ਲਿਖ ਸਕਦੇ ਹਾਂ ਜਾਂ ਹਾਈਐਸਟ ਲੋਐਸਟ ਲਿਖ ਸਕਦੇ ਹਾਂ। ਜਿੱਦਾਂ ਮੈਂ ਹੁਣ ਇਨਕਰੀਜ਼ਿੰਗ ਡਿਕਰੀਜ਼ਿੰਗ ਲਿਖਿਆ, ਕਿਸੇ ਦਾ ਵੀ ਕੋਈ ਵੀ ਮੈਂ ਡਾਟਾ ਨਹੀਂ ਲਿਖਿਆ ਅਤੇ ਤੁਸੀਂ ਵੀ ਨਹੀਂ ਲਿਖਣਾ। ਦੂਸਰੀ ਚੀਜ਼, ਆਲਵੇਜ਼ ਸਟਾਰਟ ਵਿਦ ਓਵਰਆਲ। ਜਿਹੜਾ ਮੈਂ ਸਟਾਰਟਿੰਗ 'ਚ ਵਰਡ ਲਿਖਿਆ ਓਵਰਆਲ, ਤੁਸੀਂ ਵੀ ਆਪਣਾ ਜਿਹੜਾ ਓਵਰਵਿਊ ਆ ਉਹ ਹਮੇਸ਼ਾ ਓਵਰਆਲ ਤੋਂ ਸਟਾਰਟ ਕਰਨਾ। ਉਹਦਾ ਰੀਜ਼ਨ ਆ ਕਿ ਬਹੁਤ ਜ਼ਿਆਦਾ ਫਾਰਮਲ ਆ, ਜਿੰਨੇ ਵੀ ਆਪਾਂ ਕੀ ਫੀਚਰਸ ਲਿਖਿਆ ਉਹਨੂੰ ਅੱਛੀ ਤਰ੍ਹਾਂ ਸਮ ਅਪ ਕਰ ਦਿੰਦਾ ਇੱਕ ਵਰਡ ਦੇ ਵਿੱਚ। ਜਿੰਨੀਆਂ ਵੀ ਡਿਟੇਲਸ ਆ ਆਪਣੇ ਚਾਰਟ ਦੇ ਵਿੱਚ, ਉਹ ਸਾਰਿਆਂ ਨੂੰ ਇੱਕ ਵਰਡ ਦੇ ਵਿੱਚ ਉਹ ਸਮ ਅਪ ਕਰ ਦਿੰਦਾ ਕਿ ਓਵਰਆਲ ਇਹ ਸਾਰਾ ਕੁਝ ਹੁੰਦਾ ਪਿਆ ਚਾਰਟ ਦੇ ਵਿੱਚ। ਓਵਰਵਿਊ ਦੇ ਵਿੱਚ ਜਿਹੜੀ ਮੈਂ ਵੋਕੈਬਲਰੀ ਲਿਖੀ ਆ ਉਹ ਹੈਗੀ ਆ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਡਿਕਲਾਈਨ ਵਰਡ ਯੂਜ਼ ਕੀਤਾ ਆ ਜਿਹੜਾ ਕਿ ਡਿਕਰੀਜ਼ਿੰਗ ਨੂੰ ਸ਼ੋ ਕਰਦਾ ਆ। ਉਸ ਤੋਂ ਬਾਅਦ ਮੈਂ ਟੁਵਾਰਡਸ ਦੀ ਐਂਡ ਆਫ ਦੀ ਪੀਰੀਅਡ ਯੂਜ਼ ਕੀਤਾ ਆ ਕਿ ਐਂਡ ਦੇ ਵਿੱਚ ਇਹ ਹੋ ਗਿਆ ਸੀਗਾ। ਥਰਡ ਜਿਹੜਾ ਮੈਂ ਯੂਜ਼ ਕੀਤਾ ਉਹ ਹੈਗਾ ਰੈਲੇਟਿਵਲੀ ਲੋ। ਰੈਲੇਟਿਵਲੀ ਮਤਲਬ ਹੁੰਦਾ ਜਦੋਂ ਆਪਾਂ ਕਿਸੇ ਦੋ ਚੀਜ਼ਾਂ ਨੂੰ ਕੰਪੈਰੀਜ਼ਨ ਕਰਦੇ ਹਾਂ। ਰੈਲੇਟਿਵਲੀ ਲੋ ਮਤਲਬ ਦੂਸਰੇ ਨਾਲੋਂ ਘੱਟ। ਨੈਕਸਟ ਜਿਹੜਾ ਹੈਗਾ ਉਹ ਹੈਗਾ ਇਨਕਰੀਜ਼ਡ ਕੰਸੀਡਰੇਬਲੀ। ਕੰਸੀਡਰੇਬਲੀ ਮਤਲਬ ਬਹੁਤ ਲਾਰਜ ਅਮਾਊਂਟ ਦੇ ਵਿੱਚ, ਇਨਕਰੀਜ਼ ਕੰਸੀਡਰੇਬਲੀ ਮਤਲਬ ਕਾਫੀ ਜ਼ਿਆਦਾ ਇਨਕਰੀਜ਼ ਹੋਇਆ। ਨੈਕਸਟ ਜਿਹੜਾ ਹੈਗਾ ਉਹ ਹੈਗਾ 40 ਈਅਰ ਪੀਰੀਅਡ। ਮੈਂ ਸਿੰਪਲੀ 40 ਈਅਰਸ ਨਹੀਂ ਲਿਖਿਆ, 40 ਈਅਰ ਪੀਰੀਅਡ ਲਿਖਿਆ ਹੋਇਆ। ਇੱਕ ਚੀਜ਼ ਮੈਂ ਇਹਦੇ ਵਿੱਚ ਹੋਰ ਡਿਸਕਸ ਕਰੂੰਗਾ ਕਿ ਕਈ ਵਾਰ ਕੀ ਹੁੰਦਾ, ਆਪਣੇ ਲਾਈਨ ਚਾਰਟ ਦੇ ਵਿੱਚ ਸਿਰਫ ਇੱਕ ਲਾਈਨ ਹੁੰਦੀ ਆ। ਜੇ ਸਿਰਫ ਆਪਣੇ ਕੋਲ ਇੱਕ ਲਾਈਨ ਆ ਤਾਂ ਆਪਾਂ ਓਵਰਵਿਊ ਲਿਖਣ ਲੱਗੇ ਦੋ ਸੈਂਟੈਂਸਿਸ ਕਿੱਦਾਂ ਬਣਾਉਣੇ ਆ। ਹੁਣ ਜਿਹੜਾ ਆਪਾਂ ਓਵਰਵਿਊ ਲਿਖਿਆ ਉਹਦੇ ਵਿੱਚ ਤਾਂ ਮੈਂ ਦੋ ਸੈਂਟੈਂਸਿਸ ਬਣਾਏ ਆ, ਕਿਉਂਕਿ ਇੱਕ 'ਚ ਮੈਂ ਇਨਕਰੀਜ਼ਿੰਗ ਵਾਲੀਆਂ ਦੋਨੋਂ ਲਾਈਨਸ ਲਿਖਤੀਆਂ, ਦੂਸਰੇ 'ਚ ਡਿਕਰੀਜ਼ਿੰਗ ਵਾਲੀਆਂ। ਪਰ ਜੇ ਲਾਈਨ ਹੀ ਆਪਣੇ ਕੋਲ ਇੱਕ ਆ, ਉਹਦੇ ਵਿੱਚ ਤੁਸੀਂ ਇੱਕ ਤਾਂ ਇਹੀ ਲਿਖੋਗੇ ਕਿ ਇਨਕਰੀਜ਼ ਹੁੰਦਾ ਪਿਆ ਜਾਂ ਡਿਕਰੀਜ਼ ਹੁੰਦਾ ਪਿਆ ਡਾਟਾ। ਦੂਸਰੀ ਚੀਜ਼ ਜਿਹੜੀ ਤੁਸੀਂ ਲਿਖੋਗੇ ਉਹ ਹਾਈਐਸਟ ਤੇ ਲੋਐਸਟ ਪੁਆਇੰਟ ਆਫ ਡਾਟਾ ਕਦੋਂ ਸੀਗਾ ਉਹ ਲਿਖੋਗੇ। ਸਕਰੀਨ ਦੇ ਉੱਤੇ ਜਿਹੜਾ ਚਾਰਟ ਆ ਉਹਦੇ ਉੱਤੇ ਮੈਂ ਸਰਕਲ ਕਰ ਦਿੱਤਾ ਕਿ ਕਿਹੜੇ ਡਾਟਾ ਤੁਸੀਂ ਲਿਖਣੇ ਆ, ਹਾਈਐਸਟ ਪੁਆਇੰਟ ਕਿਹੜਾ ਤੇ ਲੋਐਸਟ ਪੁਆਇੰਟ ਕਿਹੜਾ ਆ। ਇਹ ਦੋਨੋਂ ਜਿਹੜੇ ਪੁਆਇੰਟਸ ਆ ਇਹਨਾਂ ਦਾ ਡਾਟਾ ਨਹੀਂ ਲਿਖਣਾ, ਸਿਰਫ ਇਹ ਕਦੋਂ ਆਏ ਸੀਗੇ, ਕਿਹੜੇ ਈਅਰ ਦੇ ਵਿੱਚ, ਕਿਹੜੇ ਮੰਥ ਦੇ ਵਿੱਚ ਜਾਂ ਕਿਹੜੇ ਡੇ 'ਤੇ। ਉਹ ਡੇ ਜਾਂ ਡੇਟ ਤੁਸੀਂ ਮੈਂਸ਼ਨ ਕਰ ਸਕਦੇ ਆ। ਹੁਣ ਅੱਗੇ ਆਪਾਂ ਆਉਂਦੇ ਆਪਣੇ ਬਾਡੀ ਪੈਰਾਗ੍ਰਾਫਸ ਦੇ ਉੱਤੇ। ਪਰ ਬਾਡੀ ਪੈਰਾਗ੍ਰਾਫਸ ਲਿਖਣ ਤੋਂ ਪਹਿਲਾਂ ਆਪਾਂ ਨੂੰ ਇਹ ਡਿਸਾਈਡ ਕਰਨਾ ਪੈਂਦਾ ਕਿ ਡਾਟਾ ਨੂੰ ਗਰੁੱਪ ਕਿੱਦਾਂ ਕਰਨਾ ਆ। ਗਰੁੱਪਿੰਗ ਆਫ ਡਾਟਾ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਆਪਾਂ ਦੋ ਬਾਡੀ ਪੈਰਾਗ੍ਰਾਫਸ ਬਣਾਉਣੇ ਆ। ਦੋ ਬਾਡੀ ਪੈਰਾਗ੍ਰਾਫਸ ਬਣਾਉਣੇ ਮਤਲਬ ਆਪਾਂ ਟੋਟਲ ਆਪਣੇ ਲਾਈਨ ਚਾਰਟ 'ਚ ਜਿੰਨੀਆਂ ਵੀ ਲਾਈਨਸ ਆ ਜਾਂ ਜਿੰਨਾ ਵੀ ਡਾਟਾ ਆ ਉਹਨੂੰ ਦੋ ਪਾਰਟਸ 'ਚ ਡਿਵਾਈਡ ਕਰਨਾ ਪੈਣਾ। ਹੁਣ ਜਿਹੜਾ ਅੱਜ ਆਪਣੇ ਕੋਲ ਲਾਈਨ ਚਾਰਟ ਆ ਇਹਦੇ ਵਿੱਚ ਦੋ ਲਾਈਨਸ ਇਨਕਰੀਜ਼ ਹੁੰਦੀਆਂ ਪਈਆਂ, ਦੋ ਡਿਕਰੀਜ਼ ਹੁੰਦੀਆਂ ਪਈਆਂ। ਜਿਹੜੀਆਂ ਟੌਪ 'ਤੇ ਦੋ ਲਾਈਨਸ ਆ ਉਹ ਡਿਕਰੀਜ਼ ਹੁੰਦੀਆਂ ਪਈਆਂ। ਇਹਦਾ ਮਤਲਬ ਇਹ ਆ ਕਿ ਇਹ ਦੋਨੋਂ ਸਿਮਿਲਰ ਟਾਈਪ ਆਫ ਡਾਟਾ ਨੂੰ ਸ਼ੋ ਕਰਦੇ ਆ। ਇਹਨੂੰ ਮੈਂ ਇੱਕ ਬਾਡੀ ਪੈਰਾਗ੍ਰਾਫ 'ਚ ਲਿਖ ਸਕਦਾ। ਜਿਹੜੀਆਂ ਨੀਚੇ ਵਾਲੀਆਂ ਦੋ ਲਾਈਨਸ ਆ ਉਹ ਦੋਨੋਂ ਇਨਕਰੀਜ਼ ਹੋ ਰਹੀਆਂ ਜਾਂ ਉਹਨਾਂ ਦਾ ਡਾਟਾ ਇਨਕਰੀਜ਼ ਹੁੰਦਾ ਪਿਆ, ਤਾਂ ਉਹਨਾਂ ਨੂੰ ਮੈਂ ਦੂਸਰੇ ਬਾਡੀ ਪੈਰਾਗ੍ਰਾਫ ਦੇ ਵਿੱਚ ਲਿਖ ਸਕਦਾ ਹਾਂ। ਇੱਦਾਂ ਇਹਦੀ ਗਰੁੱਪਿੰਗ ਹੋ ਸਕਦੀ ਆ, ਪਰ ਇਹ ਹਰ ਇੱਕ ਲਾਈਨ ਚਾਰਟ 'ਚ ਪੋਸੀਬਲ ਨਹੀਂ ਹੁੰਦਾ। ਸਪੋਜ਼ ਤੁਹਾਡੇ ਲਾਈਨ ਚਾਰਟ ਦੇ ਵਿੱਚ ਇੱਕ ਹੀ ਲਾਈਨ ਦਿੱਤੀ ਹੋਈ ਉਹਨਾਂ ਨੇ, ਫਿਰ ਉਹਦੇ ਡਾਟਾ ਨੂੰ ਕਿੱਦਾਂ ਡਿਵਾਈਡ ਕਰੋਗੇ? ਜਦੋਂ ਇੱਕ ਲਾਈਨ ਹੋਵੇ ਤੁਹਾਡੇ ਕੋਲ ਜਾਂ ਦੋ ਵੀ ਹੋਣ, ਤਾਂ ਉਦੋਂ ਤੁਸੀਂ ਕੀ ਕਰਨਾ ਹੈ, ਮਿਡਲ ਦੇ ਵਿੱਚੋਂ ਆਪਣੇ ਡਾਟਾ ਨੂੰ ਡਿਵਾਈਡ ਕਰ ਲੈਣਾ ਹੈ। ਫੋਰ ਐਗਜ਼ਾਮਪਲ, ਜੇ ਤੁਹਾਡੇ ਕੋਲ 10 ਈਅਰਸ ਦਾ ਡਾਟਾ ਆ ਤਾਂ 5 ਕਰਕੇ ਤੁਸੀਂ ਲਿਖ ਸਕਦੇ ਆ। ਫਸਟ 5 ਈਅਰ ਦਾ ਡਾਟਾ ਬਾਡੀ ਪੈਰਾਗ੍ਰਾਫ 1 'ਚ, ਨੈਕਸਟ 5 ਈਅਰ ਦਾ ਡਾਟਾ ਬਾਡੀ ਪੈਰਾਗ੍ਰਾਫ 2 ਦੇ ਵਿੱਚ। ਇਹ ਸਿਰਫ ਉਦੋਂ ਕਰਨਾ ਹੈ ਜਦੋਂ ਆਪਣੇ ਕੋਲ ਇੱਕ ਲਾਈਨ ਦਿੱਤੀ ਹੋਈ ਹੈ ਜਾਂ ਦੋ ਲਾਈਨਸ ਦਿੱਤੀਆਂ ਹੋਈਆਂ ਆ। ਉਸ ਤੋਂ ਜ਼ਿਆਦਾ ਜੇ ਆ ਜਾਂਦੀਆਂ 3 ਲਾਈਨਸ ਦਾ, 4 ਲਾਈਨਸ ਦਾ ਜਾਂ 5 ਲਾਈਨਸ ਦਾ, ਉਦੋਂ ਤੁਸੀਂ ਇਨਕਰੀਜ਼ ਡਿਕਰੀਜ਼ ਵਾਲਾ ਫਾਰਮੂਲਾ ਹੀ ਰੱਖਣਾ ਆ। ਇੱਕ ਚੀਜ਼ ਇਹਦੇ ਵਿੱਚ ਹੋਰ ਦੇਖਣ ਵਾਲੀ ਆ, ਬਾਈ ਚਾਂਸ ਤੁਹਾਡੀਆਂ ਤਿੰਨੋਂ ਹੀ ਲਾਈਨਸ ਡਿਕਰੀਜ਼ ਹੋ ਰਹੀਆਂ ਜਾਂ ਚਾਰੋਂ ਹੀ ਲਾਈਨਸ ਡਿਕਰੀਜ਼ ਹੋ ਰਹੀਆਂ, ਉਹਨੂੰ ਕਿੱਦਾਂ ਡਿਵਾਈਡ ਕਰਨਾ? ਫਿਰ ਉਹਦੇ ਵਿੱਚ ਵੀ ਮਿਡਲ ਤੋਂ ਹੀ ਡਿਵਾਈਡ ਕਰਨਾ ਆ। ਦੁਬਾਰਾ ਮੈਂ ਦੱਸ ਦਿੰਦਾ ਆ, ਜਦੋਂ ਆਪਣੇ ਕੋਲ ਇੱਕ ਲਾਈਨ ਆ, ਦੋ ਲਾਈਨਸ ਆ ਜਾਂ ਫਿਰ ਸਾਰੀਆਂ ਲਾਈਨਸ ਦਾ ਟ੍ਰੈਂਡ ਸਿਮਿਲਰ ਆ, ਸਾਰੀਆਂ ਇਨਕਰੀਜ਼ ਹੋਣ ਵਾਲੀਆਂ ਜਾਂ ਸਾਰੀਆਂ ਡਿਕਰੀਜ਼ ਹੋਣ ਵਾਲੀਆਂ, ਤਾਂ ਉਹਨਾਂ ਸਾਰਿਆਂ ਦਾ ਡਾਟਾ ਤੁਸੀਂ ਮਿਡਲ 'ਚੋਂ ਡਿਵਾਈਡ ਕਰ ਦੇਣਾ ਆ। ਫੋਰ ਐਗਜ਼ਾਮਪਲ, ਜੇ 10 ਈਅਰਸ ਦਾ ਤਾਂ ਫਸਟ 5 ਦਾ ਬਾਡੀ ਪੈਰਾਗ੍ਰਾਫ 1 'ਚ, ਨੈਕਸਟ 5 ਦਾ ਬਾਡੀ ਪੈਰਾਗ੍ਰਾਫ 2 'ਚ। ਜੇ ਇੱਦਾਂ ਨਹੀਂ ਆ, 4 ਲਾਈਨਸ ਆ ਜਿੱਦਾਂ ਅੱਜ ਆ, 2 ਇਨਕਰੀਜ਼ 2 ਡਿਕਰੀਜ਼, ਤਾਂ ਇਨਕਰੀਜ਼ ਨੂੰ ਇੱਕ 'ਚ ਲਿਖੋ, ਡਿਕਰੀਜ਼ ਨੂੰ ਦੂਸਰੇ 'ਚ ਲਿਖੋ। ਜਾਂ ਜੇ 3 ਲਾਈਨਸ ਆ, 2 ਇਨਕਰੀਜ਼ ਹੁੰਦੀਆਂ ਪਈਆਂ ਅਤੇ ਇੱਕ ਡਿਕਰੀਜ਼ ਹੁੰਦੀ ਪਈ ਆ, ਤਾਂ ਉਸ ਕੇਸ ਦੇ ਵਿੱਚ 2 ਲਾਈਨਸ ਜਿਹੜੀਆਂ ਇਨਕਰੀਜ਼ ਹੁੰਦੀਆਂ ਪਈਆਂ ਉਹਨੂੰ ਬਾਡੀ ਪੈਰਾਗ੍ਰਾਫ 1 ਦੇ ਵਿੱਚ, ਅਤੇ ਜਿਹੜੀ ਇੱਕ ਡਿਕਰੀਜ਼ ਹੁੰਦੀ ਪਈ ਆ ਉਹਨੂੰ ਬਾਡੀ ਪੈਰਾਗ੍ਰਾਫ 2 ਦੇ ਵਿੱਚ। ਹੁਣ ਉਹਨੇ ਆਪਾਂ ਆਪਣੇ ਬਾਡੀ ਪੈਰਾਗ੍ਰਾਫ 1 'ਤੇ, ਜਿਹੜਾ ਮੈਂ ਬਾਡੀ ਪੈਰਾਗ੍ਰਾਫ 1 ਲਿਖਿਆ ਉਹ ਹੈਗਾ, In 1967, UK emitted the highest proportion of carbon dioxide at around 11 metric tons per person. However, this amount declined steadily to approximately 9 metric tons by 2007. Output in Sweden was just over 8 metric tons in the beginning, reaching to a peak of over 10 tons in 1977. In the end, it reduced sharply to its approximate half, reaching at its minimum point of 40 years. ਹੁਣ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਟੋਟਲ 3 ਸੈਂਟੈਂਸਿਸ ਲਿਖੇ ਆ। 3 ਸੈਂਟੈਂਸਿਸ, ਜਿਹੜਾ ਸਭ ਤੋਂ ਫਸਟ ਸੈਂਟੈਂਸ ਆ ਜਿਹੜੀ ਮੈਂ ਸਟਾਰਟਿੰਗ ਕੀਤੀ ਬਾਡੀ ਪੈਰਾਗ੍ਰਾਫ ਦੀ, ਉਹ ਮੈਂ ਇੱਕ ਡੇਟ ਤੋਂ ਸਟਾਰਟ ਕੀਤੀ ਆ। ਬਹੁਤ ਸਾਰੇ ਸਟੂਡੈਂਟਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਆਪਣਾ ਬਾਡੀ ਪੈਰਾਗ੍ਰਾਫ ਫਸਟ ਸਟਾਰਟ ਕਿੱਦਾਂ ਕਰਨਾ ਆ।
ਸਭ ਤੋਂ ਜ਼ਿਆਦਾ ਫਾਰਮਲ ਤੇ ਸਭ ਤੋਂ ਜ਼ਿਆਦਾ ਐਲੀਗੈਂਟ ਵੇ ਹੁੰਦਾ ਇੱਕ ਡੇਟ ਤੋਂ ਸਟਾਰਟ ਕਰੋ। ਮੇਰੀ ਸਟਾਰਟਿੰਗ ਡੇਟ ਹੈਗੀ 1967, ਤੁਹਾਡੀ ਕੋਈ ਵੀ ਹੋ ਸਕਦੀ ਆ, ਇਨ 1967, ਇਨ 1980, 1990, ਜੋ ਵੀ ਹੈਗੀ ਤੁਸੀਂ ਉਹਦੇ ਤੋਂ ਸਟਾਰਟ ਕਰ ਸਕਦੇ ਆ। ਸੈਕੰਡ ਸੈਂਟੈਂਸ ਜਿਹੜਾ ਮੈਂ ਲਿਖਿਆ ਉਹ ਸਟਾਰਟ ਹੁੰਦਾ ਹੈ ਆਊਟਪੁੱਟ ਆਫ ਸਵੀਡਨ ਤੋਂ, ਅਤੇ ਥਰਡ ਜਿਹੜਾ ਹੈਗਾ ਉਹ ਹੈਗਾ ਇਨ ਦੀ ਐਂਡ ਤੋਂ ਸਟਾਰਟ ਹੁੰਦਾ ਹੈ। ਯਾਨੀ ਕਿ ਮੈਂ 3 ਸੈਂਟੈਂਸ ਲਿਖੇ ਆ, ਤਿੰਨਾਂ ਦੀ ਸਟਾਰਟਿੰਗ ਮੈਂ ਅਲੱਗ-ਅਲੱਗ ਤਰ੍ਹਾਂ ਨਾਲ ਕੀਤੀ ਆ। ਫਸਟ ਦੀ ਇੱਕ ਡੇਟ ਤੋਂ, ਸੈਕਿੰਡ ਦੀ ਕੰਟਰੀ ਦੇ ਨੇਮ ਤੋਂ, ਅਤੇ ਥਰਡ ਦੀ ਇਨ ਦੀ ਐਂਡ ਤੋਂ। ਇਹ ਮੈਂ ਸਿਰਫ ਵੇਰੀਏਸ਼ਨ ਦਿਖਾਉਣ ਲਈ ਕੀਤਾ ਹੈ ਕਿ ਡਿਫਰੈਂਟ ਟਾਈਪਸ ਦੇ ਸੈਂਟੈਂਸਿਸ ਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ। ਸਟੂਡੈਂਟਸ ਨੂੰ ਇਹ ਵੀ ਪ੍ਰੋਬਲਮ ਆਉਂਦੀ ਆ ਕਿ ਉਹਨਾਂ ਦੇ ਸਾਰੇ ਸੈਂਟੈਂਸ ਯੂਨੀਫਾਰਮ ਜੇ ਹੁੰਦੇ ਆ, ਸਿਮਿਲਰ ਜੇ ਹੁੰਦੇ ਆ, ਜਾਂ ਤਾਂ ਉਹ ਸਾਰਿਆਂ ਨੂੰ ਡੇਟ ਤੋਂ ਸਟਾਰਟ ਕਰ ਦੇਣਗੇ ਜਾਂ ਸਾਰਿਆਂ ਨੂੰ ਕੰਟਰੀ ਤੋਂ ਸਟਾਰਟ ਕਰ ਦੇਣਗੇ। ਵੇਰੀਏਸ਼ਨ ਲਈ ਤੁਸੀਂ ਆਪਣੇ ਹਰ ਇੱਕ ਸੈਂਟੈਂਸ ਨੂੰ ਡਿਫਰੈਂਟ ਵਰਡ ਤੋਂ ਸਟਾਰਟ ਕਰ ਸਕਦੇ ਆ। ਕਿਸੇ ਨੂੰ ਡੇਟ ਤੋਂ ਕਰੋ, ਕਿਸੇ ਨੂੰ ਕੰਟਰੀ ਦੇ ਨੇਮ ਤੋਂ ਕਰੋ। ਆਪਾਂ ਆਪਣੇ ਬੋਡੀ ਪੈਰਾਗ੍ਰਾਫ ਦੇ ਵਿੱਚ 3 to 4 ਸੈਂਟੈਂਸਿਸ ਲਿਖਣੇ ਹੁੰਦੇ ਆ, ਯਾਨੀ ਕਿ ਆਪਾਂ ਨੂੰ 3 to 4 ਸਟਾਰਟਿੰਗਸ ਹੀ ਚਾਹੀਦੀਆਂ ਹੁੰਦੀਆਂ। ਡਿਫਰੈਂਟ ਵਰਡ ਤੋਂ ਸਟਾਰਟ ਕਰੂੰਗੇ, ਵੇਰੀਏਸ਼ਨ ਆਊਗੀ ਤਾਂ ਉਹ ਜ਼ਿਆਦਾ ਅੱਛਾ ਪੈਰਾਗ੍ਰਾਫ ਬਣੇਗਾ। ਨੈਕਸਟ ਚੀਜ਼ ਜਿਹੜੀ ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਕਿ ਨੈਵਰ ਮਿਸ ਸਟਾਰਟਿੰਗ ਐਂਡ ਐਂਡਿੰਗ ਡਾਟਾ। ਤੁਸੀਂ ਪੈਰਾਗ੍ਰਾਫ ਦੇ ਵਿੱਚ ਦੇਖ ਸਕਦੇ ਆ ਕਿ ਮੈਂ ਦੋਨੋਂ ਕੰਟਰੀਜ਼ ਜਾਂ ਦੋਨੋਂ ਲਾਈਨਸ ਦਾ ਸਟਾਰਟਿੰਗ ਅਤੇ ਐਂਡਿੰਗ ਡਾਟਾ ਜ਼ਰੂਰ ਮੈਂਸ਼ਨ ਕੀਤਾ ਆ। ਤੁਸੀਂ ਵੀ ਲਾਈਨ ਗ੍ਰਾਫ ਲਿਖਣ ਲੱਗੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਤੁਸੀਂ ਸਟਾਰਟਿੰਗ ਅਤੇ ਐਂਡਿੰਗ ਡਾਟਾ ਜ਼ਰੂਰ ਮੈਂਸ਼ਨ ਕਰੋ। ਮਿਡਲ ਵਾਲੇ ਈਅਰਸ ਦਾ ਡਾਟਾ ਉਹ ਤੁਸੀਂ ਸਕਿਪ ਕਰ ਸਕਦੇ ਆ। ਕਿਹੜਾ ਡਾਟਾ ਲਿਖਣਾ ਅਤੇ ਕਿਹੜਾ ਡਾਟਾ ਛੱਡਣਾ ਉਹ ਵੀ ਮੈਂ ਅੱਗੇ ਦੱਸੂੰਗਾ, ਬਟ ਸਟਾਰਟਿੰਗ ਡਾਟਾ ਅਤੇ ਐਂਡਿੰਗ ਡਾਟਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। ਇਹ ਕਦੀ ਵੀ ਸਕਿਪ ਨਹੀਂ ਹੋਣੇ ਚਾਹੀਦੇ। ਹੁਣ ਗੱਲ ਕਰਦੇ ਡਾਟਾ ਕਿਹੜਾ ਲਿਖਣਾ ਅਤੇ ਕਿਹੜਾ ਛੱਡਣਾ ਆ। ਮੈਂ ਇਹ ਤਾਂ ਦੱਸ ਚੁੱਕਾ ਸਟਾਰਟਿੰਗ ਅਤੇ ਐਂਡਿੰਗ ਦਾ ਲਿਖਣਾ ਹੀ ਲਿਖਣਾ ਆ, ਬਟ ਮਿਡਲ 'ਚੋਂ ਕਿਹੜਾ ਪਿਕ ਕਰਨਾ ਉਹ ਤੁਸੀਂ ਸਿਰਫ ਉਹ ਵਾਲਾ ਪਿਕ ਕਰਨਾ ਜਿੱਥੇ ਟ੍ਰੈਂਡ ਚੇਂਜ ਹੁੰਦਾ ਪਿਆ ਆ। ਫੋਰ ਐਗਜ਼ਾਮਪਲ ਹੁਣ ਜੇ ਮੇਰੀ ਫਸਟ ਲਾਈਨ ਜੇ ਮੈਂ ਦੇਖਾਂ ਯੂਕੇ ਦੀ ਪੂਰੀ ਲਾਈਨ ਜਿਹੜੀ ਉਹ ਡਿਕਰੀਜ਼ਿੰਗ ਆ। ਕਿਤੇ ਵੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਉਹ ਹਮੇਸ਼ਾ ਹੀ ਡਿਕਰੀਜ਼ ਕਰਦੀ ਰਹੀ, ਕਿਤੇ ਵੀ ਇਨਕਰੀਜ਼ ਨਹੀਂ ਕੀਤੀ। ਇਸ ਲਈ ਮੈਂ ਸਿਰਫ ਇਹਦਾ ਸਟਾਰਟਿੰਗ ਡਾਟਾ ਲਿਖਿਆ ਅਤੇ ਐਂਡਿੰਗ ਡਾਟਾ ਲਿਖਿਆ। ਪਰ ਸਵੀਡਨ ਦੇ ਕੇਸ 'ਚ ਇੱਦਾਂ ਨਹੀਂ ਆ। ਸਵੀਡਨ ਦੇ ਵਿੱਚ ਜਿਹੜਾ ਸਟਾਰਟਿੰਗ ਡਾਟਾ ਹੈਗਾ 8 ਮੈਟ੍ਰਿਕ ਟਨਸ ਦਾ, ਪਹਿਲਾਂ ਉਹ ਇਨਕਰੀਜ਼ ਹੋਇਆ ਤਾਂ ਮੈਂ ਉਹ ਡਾਟਾ ਲਿਖਿਆ 10 ਮੈਟ੍ਰਿਕ ਟਨਸ ਦਾ। ਉਸ ਤੋਂ ਬਾਅਦ ਉਹ ਡਿਕਰੀਜ਼ ਹੋਇਆ ਐਂਡ ਤੱਕ, ਮਿਡਲ 'ਚ ਦੁਬਾਰਾ ਇਨਕਰੀਜ਼ ਨਹੀਂ ਹੋਇਆ। ਇਸ ਲਈ ਮੈਂ ਡਾਇਰੈਕਟਲੀ ਐਂਡਿੰਗ ਡਾਟਾ ਲਿਖਿਆ। ਤੁਸੀਂ ਵੀ ਇੱਦਾਂ ਹੀ ਕਰਨਾ, ਜਿੱਥੇ ਟ੍ਰੈਂਡ ਚੇਂਜ ਹੁੰਦਾ ਪਿਆ ਉਹ ਵਾਲਾ ਡਾਟਾ ਲਿਖਣਾ। ਮਿਡਲ ਵਾਲੇ 'ਚ ਜਿੰਨੇ ਮਰਜ਼ੀ ਈਅਰਸ ਆ ਉਹ ਤੁਸੀਂ ਸਕਿਪ ਕਰ ਸਕਦੇ ਆ। ਇਸ ਪੈਰਾਗ੍ਰਾਫ ਜਿਹੜੀ ਮੈਂ ਵੋਕੈਬਲਰੀ ਯੂਜ਼ ਕੀਤੀ ਆ ਉਹ ਸਭ ਤੋਂ ਪਹਿਲੇ ਹੈਗੀ ਹਾਈਐਸਟ। ਸਟਾਰਟਿੰਗ ਲਾਈਨ 'ਚ ਤੁਸੀਂ ਰੀਡ ਕਰ ਸਕਦੇ ਆ ਯੂਕੇ ਐਮਿਟਡ ਦਾ ਹਾਈਐਸਟ ਪ੍ਰਪੋਰਸ਼ਨ ਆਫ ਕਾਰਬਨ ਡਾਈਆਕਸਾਈਡ। ਹੁਣ ਹਾਈਐਸਟ ਵਰਡ ਨੂੰ ਮੈਂ ਕਿਉਂ ਐਮਫਸਾਈਜ਼ ਕਰਦਾ ਪਿਆ, ਆਪਾਂ ਕੰਪੈਰੀਜ਼ਨ ਕਰਦੇ ਪਏ ਕਿ ਯੂਕੇ ਦਾ ਡਾਟਾ ਸਭ ਤੋਂ ਜ਼ਿਆਦਾ ਆ। ਇਹਦਾ ਕੀ ਮਤਲਬ ਆ ਕਿ ਯੂਕੇ ਦਾ ਡਾਟਾ ਸਭ ਤੋਂ ਜ਼ਿਆਦਾ ਹੈ। ਚਾਰੋਂ ਲਾਈਨਸ ਜਾਂ ਚਾਰੋਂ ਕੰਟਰੀਜ਼ ਦੇ ਕੰਪੈਰੀਜ਼ਨ ਦੇ ਵਿੱਚ ਯੂਕੇ ਦਾ ਡਾਟਾ ਹਾਈਐਸਟ ਆ। ਇੱਥੇ ਹਾਈਐਸਟ ਆ, ਜਿਹੜੀ ਲਾਈਨ ਦਾ ਲੋਐਸਟ ਹੋਊਗਾ ਉੱਥੇ ਆਪਾਂ ਲੋਐਸਟ ਵੀ ਲਿਖਾਂਗੇ। ਤਾਂ ਇਸ ਚੀਜ਼ ਦਾ ਵੀ ਤੁਸੀਂ ਧਿਆਨ ਰੱਖਣਾ ਕਿ ਤੁਸੀਂ ਹਾਈਐਸਟ ਲੋਐਸਟ ਜ਼ਰੂਰ ਲਿਖੋ। ਸੈਕਿੰਡ ਵਰਡ ਜਿਹੜਾ ਹੈਗਾ ਉਹ ਹੈਗਾ ਪ੍ਰਪੋਰਸ਼ਨ ਅਮਾਊਂਟ ਨੂੰ ਰੈਫਰ ਕਰਦਾ ਆ। ਥਰਡ ਜਿਹੜਾ ਮੈਂ ਵਰਡ ਯੂਜ਼ ਕੀਤਾ ਉਹ ਹੈਗਾ ਡਿਕਲਾਈਨ ਸਟੈਡਲੀ ਇੱਕ ਐਡਵਰਬ ਆ। ਹੁਣ ਐਡਵਰਬ ਕੀ ਹੁੰਦਾ ਆ, ਸਿੰਪਲੀ ਤੁਹਾਨੂੰ ਸਮਝਾਉਣ ਵਾਸਤੇ ਮੈਂ ਦੱਸ ਰਿਹਾ ਕਿ ਜਿਹੜੇ ਵੀ ਵਰਡ ਦੇ ਪਿੱਛੇ ly ਲੱਗਾ ਹੁੰਦਾ ਉਹ ਇੱਕ ਐਡਵਰਬ ਹੁੰਦੀ ਆ। ਡਿਕਲਾਈਨਡ ਸਟੈਡਲੀ, ਡਿਕਲਾਈਨ ਤਾਂ ਹੋਇਆ ਪਰ ਕਿੱਦਾਂ ਹੋਇਆ, ਸਟੈਡਲੀ ਹੋਇਆ, ਫਾਸਟਲੀ ਹੋਇਆ, ਸਲੋਲੀ ਹੋਇਆ। ਉੱਥੇ ਐਡਵਰਬ ਲਗਾਉਂਗੇ ਤਾਂ ਉਸ ਮੂਵਮੈਂਟ ਦੀ ਇਨਕਰੀਜ਼ ਡਿਕਰੀਜ਼ ਦੀ ਸਟਰੈਂਥ ਪਤਾ ਲੱਗ ਜਾਂਦੀ ਹੈ ਕਿ ਇਨਕਰੀਜ਼ ਹੋਇਆ ਤਾਂ ਕਿੱਦਾਂ ਹੋਇਆ, ਡਿਕਰੀਜ਼ ਹੋਇਆ ਤਾਂ ਕਿੱਦਾਂ ਹੋਇਆ। ਇਹ ਚੀਜ਼ ਬਹੁਤ ਇੰਪੋਰਟੈਂਟ ਆ, ਬਹੁਤ ਸਾਰੇ ਸਟੂਡੈਂਟਸ ਇਹਨੂੰ ਸਕਿਪ ਕਰ ਜਾਂਦੇ ਆ। ਵੀਡੀਓ ਦੇ ਐਂਡ 'ਚ ਜਿਹੜੀ ਮੈਂ ਤੁਹਾਨੂੰ ਲਿਸਟ ਦਊਂਗਾ ਵੋਕੈਬਲਰੀ ਦੀ, ਉਹਦੇ ਵਿੱਚ ਇਹ ਸਾਰੀਆਂ ਐਡਵਰਬਸ ਵੀ ਹੋਣਗੀਆਂ। ਉਹਨਾਂ ਨੂੰ ਤੁਸੀਂ ਲਰਨ ਕਰ ਸਕਦੇ ਆ ਅਤੇ ਆਪਣੇ ਟਾਸਕ ਦੇ ਵਿੱਚ ਯੂਜ਼ ਕਰ ਸਕਦੇ ਆ। ਤਾਂ ਐਡਵਰਬਸ ਜ਼ਰੂਰ ਲਗਾਓ। ਇਸ ਤੋਂ ਬਾਅਦ ਆਉਂਦਾ ਪੀਕ ਮਤਲਬ ਹਾਈਐਸਟ ਪੁਆਇੰਟ। ਨੈਕਸਟ ਹੈਗਾ ਰਿਡਿਊਸਡ ਸ਼ਾਰਪਲੀ। ਹੁਣ ਸ਼ਾਰਪਲੀ ਵੀ ਇੱਕ ਐਡਵਰਬ ਆ। ਤਾਂ ਹਰ ਵਾਰੀ ਜਦੋਂ ਵੀ ਤੁਸੀਂ ਆਪਣਾ ਟ੍ਰੈਂਡ ਜਾਂ ਮੂਵਮੈਂਟ ਦੱਸਣੀ ਆ, ਇਨਕਰੀਜ਼ ਡਿਕਰੀਜ਼ ਦੱਸਣਾ ਆ, ਨਾਲ ਇੱਕ ਐਡਵਰਬ ਜ਼ਰੂਰ ਲਗਾਓ। ਨੈਕਸਟ ਚੀਜ਼ ਜਿਹੜੀ ਮੈਂ ਇਸ ਪੈਰਾਗ੍ਰਾਫ 'ਚ ਦੱਸਣਾ ਚਾਹੁੰਦਾ ਉਹ ਹੈਗੀ ਆ ਲੈਂਗੁਏਜ ਆਫ ਅਪਰੋਕਸੀਮੇਸ਼ਨ। ਹੁਣ ਇਹ ਕੀ ਚੀਜ਼ ਹੁੰਦੀ ਆ, ਤੁਸੀਂ ਜੇ ਮੇਰਾ ਫਸਟ ਡਾਟਾ ਦੇਖੋ ਜਿਹੜਾ ਮੈਂ ਲਿਖਿਆ ਅਰਾਊਂਡ 11 ਮੈਟ੍ਰਿਕ ਟਨਸ, ਮੈਂ ਡਾਇਰੈਕਟਲੀ ਨਹੀਂ ਲਿਖਿਆ 11 ਮੈਟ੍ਰਿਕ ਟਨਸ, ਮੈਂ ਲਿਖਿਆ ਅਰਾਊਂਡ 11 ਮੈਟ੍ਰਿਕ ਟਨਸ। ਅਰਾਊਂਡ ਦਾ ਮਤਲਬ ਆਸ-ਪਾਸ। ਨੈਕਸਟ ਜਿਹੜਾ ਮੈਂ ਲਿਖਿਆ ਉਹ ਹੈਗਾ ਅਪਰੋਕਸੀਮੇਟਲੀ 9 ਮੈਟ੍ਰਿਕ ਟਨਸ। ਉਸ ਤੋਂ ਬਾਅਦ ਜਸਟ ਓਵਰ 8 ਮੈਟ੍ਰਿਕ ਟਨਸ। ਉਸ ਤੋਂ ਬਾਅਦ ਓਵਰ 10 ਟਨਸ। ਇਹਦਾ ਮਤਲਬ ਇਹ ਆ ਕਿ ਲਾਈਨ ਗ੍ਰਾਫ ਦੇ ਵਿੱਚ ਜਜਮੈਂਟ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਕਿ ਐਗਜ਼ੈਕਟਲੀ ਫਿਗਰ ਉਹ ਕੀ ਹੋਊਗੀ। ਇਸ ਲਈ ਉਹਦੇ ਅੱਗੇ ਆਪਾਂ ਲੈਂਗੁਏਜ ਆਫ ਅਪਰੋਕਸੀਮੇਸ਼ਨ ਯੂਜ਼ ਕਰਦੇ ਹਾਂ। ਜਿੱਦਾਂ ਅਰਾਊਂਡ ਵਰਡ ਹੋ ਗਿਆ, ਅਪਰੋਕਸੀਮੇਟਲੀ ਹੋ ਗਿਆ, ਜਸਟ ਓਵਰ ਹੋ ਗਿਆ ਜਾਂ ਇਕੱਲਾ ਓਵਰ ਹੋ ਗਿਆ। ਤਾਂ ਲੈਂਗੁਏਜ ਆਫ ਅਪਰੋਕਸੀਮੇਸ਼ਨ ਤੁਸੀਂ ਆਪਣੇ ਬਾਰ ਗ੍ਰਾਫ ਦੇ ਵਿੱਚ ਅਤੇ ਲਾਈਨ ਗ੍ਰਾਫ ਦੇ ਵਿੱਚ, ਜਿੱਥੇ ਆਪਾਂ ਨਹੀਂ ਡਿਸਾਈਡ ਕਰ ਪਾ ਰਹੇ ਕਿ ਐਗਜ਼ੈਕਟ ਫਿਗਰ ਕੀ ਹੋਣੀ ਆ, ਉੱਥੇ ਤੁਸੀਂ ਇਹ ਲੈਂਗੁਏਜ ਆਫ ਅਪਰੋਕਸੀਮੇਸ਼ਨ ਯੂਜ਼ ਕਰਨੀ ਆ। ਹੁਣ ਉਹਨੇ ਆਪਾਂ ਆਪਣੇ ਬੋਡੀ ਪੈਰਾਗ੍ਰਾਫ 2 ਤੇ। ਬੋਡੀ ਪੈਰਾਗ੍ਰਾਫ 2 ਜਿਹੜਾ ਹੈਗਾ ਉਹ ਮੈਂ ਰੀਡ ਕਰਦਾ। In contrast, Portugal had the lowest carbon dioxide output, barely over 1 metric ton in the first year.
It surged swiftly over the next 4 decades, ending at over 8 metric tons. Italy showed a similar trend, starting at a little over 4 metric tons and nearly doubled the carbon dioxide emission by 2007. ਫਸਟ ਬੋਡੀ ਪੈਰਾਗ੍ਰਾਫ ਦੀ ਤਰ੍ਹਾਂ ਹੀ ਇਹਦੇ ਵਿੱਚ ਵੀ ਮੈਂ 3 ਹੀ ਸੈਂਟੈਂਸਿਸ ਲਿਖਿਆ ਤੇ ਸਿਰਫ ਸਟਾਰਟਿੰਗ ਦਾ ਡਾਟਾ ਲਿਆ ਤੇ ਐਂਡਿੰਗ ਦਾ ਡਾਟਾ ਲਿਆ, ਕਿਉਂਕਿ ਮਿਡਲ ਦੇ ਵਿੱਚ ਦੋਨੋਂ ਲਾਈਨਸ ਦਾ ਟ੍ਰੈਂਡ ਚੇਂਜ ਨਹੀਂ ਸੀ ਹੁੰਦਾ ਪਿਆ। ਦੋਨੋਂ ਜਿਹੜੀਆਂ ਸੀਗੀਆਂ ਉਹ ਇਨਕਰੀਜ਼ ਹੀ ਹੁੰਦੀਆਂ ਪਈਆਂ ਸੀਗੀਆਂ, ਮਿਡਲ ਦੇ ਵਿੱਚ ਕੋਈ ਡਾਟਾ ਨਹੀਂ ਸੀਗਾ, ਇਸ ਲਈ ਡਾਇਰੈਕਟਲੀ ਸਟਾਰਟਿੰਗ ਐਂਡ ਐਂਡਿੰਗ ਪੁਆਇੰਟ ਹੀ ਲਿਖੇ ਆ। ਇਹਦੇ ਵਿੱਚ ਜਿਹੜੀ ਵੋਕੈਬਲਰੀ ਮੈਂ ਯੂਜ਼ ਕੀਤੀ ਆ ਉਹ ਹੈਗੀ ਆ ਸਭ ਤੋਂ ਪਹਿਲਾਂ ਇਨ ਕੰਟਰਾਸਟ। ਸੈਕਿੰਡ ਪੈਰਾਗ੍ਰਾਫ ਜੋ ਤੁਸੀਂ ਸਟਾਰਟ ਕਰਨਾ ਉਹ ਤੁਸੀਂ ਇਨ ਕੰਟਰਾਸਟ ਤੋਂ ਸਟਾਰਟ ਕਰ ਸਕਦੇ ਆ। ਜੇ ਫਸਟ ਪੈਰਾਗ੍ਰਾਫ ਤੇ ਸੈਕਿੰਡ ਪੈਰਾਗ੍ਰਾਫ, ਫਸਟ ਬੋਡੀ ਪੈਰਾਗ੍ਰਾਫ ਤੇ ਸੈਕਿੰਡ ਬੋਡੀ ਪੈਰਾਗ੍ਰਾਫ, ਉਹ ਦੋਨੋਂ ਆਪੋਜ਼ਿਟ ਚੀਜ਼ਾਂ ਨੂੰ ਸ਼ੋ ਕਰਦੇ ਪਏ। ਜਿੱਦਾਂ ਫਸਟ ਪੈਰਾਗ੍ਰਾਫ ਜਿਹੜਾ ਸੀਗਾ ਉਹਦੇ ਵਿੱਚ ਦੋਨੋਂ ਲਾਈਨਸ ਦਾ ਡਾਟਾ ਡਿਕਰੀਜ਼ ਹੁੰਦਾ ਪਿਆ ਤੇ ਸੈਕਿੰਡ ਵਾਲੇ ਦੇ ਵਿੱਚ ਇਨਕਰੀਜ਼ ਹੁੰਦਾ ਪਿਆ, ਤਾਂ ਦੋਨੋਂ ਆਪੋਜ਼ਿਟ ਚੀਜ਼ਾਂ ਨੂੰ ਸ਼ੋ ਕਰਦੇ ਆ, ਇਸ ਲਈ ਇਹਨੂੰ ਸਟਾਰਟ ਇਨ ਕੰਟਰਾਸਟ ਤੋਂ ਕੀਤਾ ਆ। ਨੈਕਸਟ ਜਿਹੜਾ ਵਰਡ ਹੈਗਾ ਉਹ ਹੈਗਾ ਲੋਐਸਟ। ਪੋਰਚੁਗਲ ਦਾ ਡਾਟਾ ਸਟਾਰਟਿੰਗ ਦੇ ਵਿੱਚ ਲੋਐਸਟ ਆ, ਇੱਥੇ ਵੀ ਇਹ ਸੁਪਰਲੇਟਿਵ ਵਰਡ ਯੂਜ਼ ਕੀਤੀ ਹੈ ਜਿੱਦਾਂ ਫਸਟ ਵਾਲੇ ਦੇ ਵਿੱਚ ਹਾਈਐਸਟ ਯੂਜ਼ ਕੀਤੀ ਸੀਗੀ। ਨੈਕਸਟ ਜਿਹੜਾ ਹੈਗਾ ਉਹ ਹੈਗਾ ਬੇਅਰਲੀ ਓਵਰ। ਬੇਅਰਲੀ ਹੁੰਦਾ ਜਿੱਦਾਂ ਜਸਟ ਓਵਰ, ਥੋੜ੍ਹਾ ਜਿਹਾ ਉੱਪਰ, ਤਾਂ ਬੇਅਰਲੀ ਵਰਡ ਤੁਸੀਂ ਯੂਜ਼ ਕਰ ਸਕਦੇ ਆ। ਨੈਕਸਟ ਵਰਡ ਜਿਹੜਾ ਹੈਗਾ ਸਰਜਡ ਸਵਿਫਟਲੀ। ਸਰਜਡ ਇਨਕਰੀਜ਼ ਹੋਣਾ, ਸਵਿਫਟਲੀ ਦੁਬਾਰਾ ਐਡਵਰਬ ਆ ਜਿੱਦਾਂ ਮੈਂ ਪਹਿਲਾਂ ਦੱਸੀ ਸੀਗੀ। ਸਵਿਫਟਲੀ ਦਾ ਮਤਲਬ ਹੁੰਦਾ ਸ਼ਾਰਪਲੀ, ਇਨਕਰੀਜ਼ਡ ਸ਼ਾਰਪਲੀ ਲਿਖਣ ਦੀ ਜਗ੍ਹਾ ਮੈਂ ਸਰਜਡ ਸਵਿਫਟਲੀ ਲਿਖਿਆ। ਨੈਕਸਟ ਹੈਗਾ ਲਿਟਲ ਓਵਰ। ਲਿਟਲ ਓਵਰ ਵੀ ਮਤਲਬ ਜਸਟ ਓਵਰ, ਡਬਲਡ। ਹੁਣ ਮੈਂ ਐਗਜ਼ੈਕਟ ਫਿਗਰ ਦੁਬਾਰਾ ਨਹੀਂ ਲਿਖੀ, ਮੈਂ ਡਬਲ ਲਿਖਤਾ ਕਿ ਉਸ ਤੋਂ ਬਾਅਦ ਡਾਟਾ ਡਬਲ ਹੋ ਗਿਆ। ਜਿੱਦਾਂ ਫਸਟ ਪੈਰਾਗ੍ਰਾਫ 'ਚ ਹਾਫ ਲਿਖਿਆ ਸੀ ਕਿ ਹਾਫ ਹੋ ਗਿਆ ਡਾਟਾ, ਇਹਦੇ ਵਿੱਚ ਡਬਲ ਹੋਇਆ ਸੀਗਾ ਤਾਂ ਡਬਲ ਲਿਖਿਆ। ਇਹਦੇ ਵਿੱਚ ਜਿਹੜੀ ਲੈਂਗੁਏਜ ਆਫ ਅਪਰੋਕਸੀਮੇਸ਼ਨ ਯੂਜ਼ ਹੋਈ ਆ ਉਹ ਕੀ ਆ, ਬੇਅਰਲੀ ਓਵਰ 1 ਮੈਟ੍ਰਿਕ ਟਨ, 1 ਮੈਟ੍ਰਿਕ ਟਨ ਤੋਂ ਥੋੜ੍ਹਾ ਜਿਹਾ ਉੱਪਰ। ਨੈਕਸਟ ਹੈਗੀ ਓਵਰ 5 ਮੈਟ੍ਰਿਕ ਟਨਸ, 5 ਮੈਟ੍ਰਿਕ ਟਨਸ ਤੋਂ ਉੱਪਰ। ਲਿਟਲ ਓਵਰ 4 ਮੈਟ੍ਰਿਕ ਟਨਸ ਮਤਲਬ 4 ਮੈਟ੍ਰਿਕ ਟਨਸ ਤੋਂ ਥੋੜ੍ਹਾ ਉੱਪਰ, ਨੀਅਰਲੀ ਡਬਲਡ ਕਿ ਆਲਮੋਸਟ ਜਿਹੜਾ ਸੀਗਾ ਉਹ ਡਬਲ ਹੋ ਗਿਆ। ਇੱਥੇ ਆ ਗਿਆ ਆਪਣਾ ਜਿਹੜਾ ਲਾਈਨ ਗ੍ਰਾਫ ਆ ਉਹ ਕੰਪਲੀਟ ਹੋ ਜਾਂਦਾ ਆ। ਜੇ ਵੀਡੀਓ ਤੁਹਾਡੇ ਲਈ ਯੂਜ਼ਫੁਲ ਸੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜੇ ਤੁਹਾਨੂੰ ਇਸ ਲਾਈਨ ਗ੍ਰਾਫ 'ਚ ਕੋਈ ਕੁਐਸਚਨ ਹੈ ਜਾਂ ਤੁਹਾਡਾ ਕੋਈ ਡਾਊਟ ਆਏ ਇਹਦੇ ਵਿੱਚ ਤਾਂ ਉਹ ਤੁਸੀਂ ਕਮੈਂਟ ਕਰਕੇ ਨੀਚੇ ਪੁੱਛ ਸਕਦੇ ਆ, ਜਾਂ ਇਸ ਤੋਂ ਇਲਾਵਾ ਜੇ ਤੁਹਾਡਾ ਕੋਈ ਫੀਡਬੈਕ ਜਾਂ ਸੁਜੈਸ਼ਨ ਆ ਉਹ ਵੀ ਤੁਸੀਂ ਨੀਚੇ ਕਮੈਂਟ ਕਰਕੇ ਦੱਸ ਸਕਦੇ ਆ। ਅੱਜ ਲਈ ਬਸ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।